ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। सत श्री अकाल प्यारे दर्शकों, प्रोग्राम चलो चलिए प्रदेश देखने वाले तमाम दर्शकों का स्वागत है। दर्शकों, एतवार का दिन 8:45 ने और प्रोग्राम लैके हाजिर हैं चलो चलिए प्रदेश। सो इस मंच से अज तुहाडी कॉलों का जवाब देने लिए मुखातिब करवा रहे हैं तुहानू इमीग्रेशन एक्सपर्ट पिरामिड सर्विसेज तो भवनूर सिंह पेती जी उन्हां दे नाल। टीवी स्क्रीन पर नंबर चल रहे हैं, नंबर पर कॉल करो, चाहे मोबाइल तो चाहे लैंडलाइन तो। ਤੁਹਾਡੀ ਕੋਸ਼ਿਸ਼ ਕੀਤੀ ਜਾਵੇਗੀ ਕਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤੀ ਜਾਵੇ, ਪਰ ਜਿਹੜੇ ਦਰਸ਼ਕਾਂ ਦੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਸ਼ਾਮਲ ਨਹੀਂ ਕੀਤੀ ਜਾ ਸਕਦੀ ਉਹਨਾਂ ਕੋਲੋਂ ਹੱਥ ਜੋੜ ਮਾਫੀ ਵੀ ਚਾਹਾਂਗੇ, ਕਿਉਂਕਿ ਰਸ਼ ਕੁਐਰੀਜ਼ ਇੰਨੀਆਂ ਹੋ ਜਾਂਦੀਆਂ ਨੇ ਕਿ ਕੁਝ ਕਾਲਸ ਜਿਹੜੀਆਂ ਨੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸੋ ਜਿਨ੍ਹਾਂ ਦੀ ਸ਼ਾਮਲ ਹੋ ਗਈ ਹੈ ਉਹਨਾਂ ਨੂੰ ਵਧਾਈ, ਜਿਨ੍ਹਾਂ ਨਹੀਂ ਹੋਈ ਉਹਨਾਂ ਨੂੰ ਕਾਲ ਜਿਹੜੀ ਹੈ ਪ੍ਰੋਗਰਾਮ ਤੋਂ ਬਾਅਦ ਵੀ ਕੀਤੀ ਜਾ ਸਕਦੀ ਹੈ। ਸੋ ਮੁਖਾਤਬ ਕਰਵਾਉਂਦੇ ਹਾਂ ਜੀ ਤੁਹਾਨੂੰ ਭਵਨੂਰ ਸਿੰਘ ਪੇਤੀ ਉਹਨਾਂ ਦੇ ਨਾਲ। बिल साहब बहुत बहुत स्वागत है। धन्यवाद जी, सत श्री अकाल जी। अगर किसी कारणवश नो मनीष जी ने कहा हाथ जोड़ माफ़ी, सो साडे वालों भी हाथ जोड़ माफ़ी। किसी कारणवश अगर कॉल तुहाडी शामिल इस प्रोग्राम 'ਚ नहीं हुंदी, तुसीं कॉल कनैक्ट साडे नाल नहीं कर पाते, ਜਿਹੜੇ ਨੰਬਰਸ ਡਿਸਪਲੇਡ ਹੈ ਉਹ ਸਾਡੇ ਆਫਿਸ ਦੇ ਨੰਬਰਸ ਹੈ। ਤੁਸੀਂ ਆਫਿਸ ਦੇ ਨੰਬਰਸ ਤੇ ਕਾਲ ਕਰ ਸਕਦੇ ਹੋ। ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਸੀਂ ਕਿਸੇ ਵੇਲੇ ਵੀ ਅਗਰ ਤੁਹਾਨੂੰ ਇਮੀਗ੍ਰੇਸ਼ਨ ਰਿਲੇਟਡ, ਸਟੂਡੈਂਟ ਵੀਜ਼ਾ ਰਿਲੇਟਡ ਕੋਈ ਵੀ ਤੁਹਾਨੂੰ ਸਮੱਸਿਆ ਹੈ, ਕੋਈ ਦਿੱਕਤ ਹੈ, ਕੋਈ ਜਵਾਬ ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਸੀਂ ਉਸ ਨੰਬਰ ਤੇ ਪੁੱਛ ਸਕਦੇ ਹੋ। ਸਾਡਾ ਹਰ ਟੈਲੀ ਕਾਉਂਸਲਰ ਪੂਰੀ ਤਰ੍ਹਾਂ ਟ੍ਰੇਨਡ ਹੈ ਜਵਾਬ ਦੇਣ ਨਾਲ। ਆਫਿਸ ਵੀ ਤੁਸੀਂ ਵਿਜ਼ਿਟ ਕਰਕੇ ਸਾਡੇ ਤੋਂ ਜਵਾਬ ਪੁੱਛ ਸਕਦੇ ਹੋ। ਮੈਂ ਵੀ ਆਫਿਸ ਵਿੱਚ ਅਵੇਲੇਬਲ ਹੁੰਦਾ, ਸਾਡੇ ਤੋਂ ਵੀ ਪੁੱਛਿਆ ਜਾ ਸਕਦਾ ਜੀ। ਸੋ ਬੇਦੀ ਸਾਹਿਬ, ਕਾਲ ਦਾ ਸਿਲਸਿਲਾ ਵੀ ਹੁਣੇ ਸ਼ੁਰੂ ਹੋ ਜਾਵੇਗਾ। ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਦਈਏ ਕੈਨੇਡਾ ਬਾਰੇ। ਕੈਨੇਡਾ ਜਾਣ ਵਾਲੇ ਵਿਦਿਆਰਥੀ ਕਿਸ ਤਰ੍ਹਾਂ ਸ਼ੁਰੂਆਤ ਕਰਨ ਜਿਹੜੇ ਨੈਕਸਟ ਇਨਟੇਕ ਉਤੇ ਲਈ? ਸੋ ਸ਼ੁਰੂਆਤ ਦਾ ਪਹਿਲਾ ਸਟੈਪ ਤਾਂ ਪਾਸਪੋਰਟ ਹੈ ਜੀ, ਪਾਸਪੋਰਟ ਅਪਲਾਈ ਕੀਤਾ ਜਾਵੇ। ਉਸ ਤੋਂ ਬਾਅਦ ਦੂਜਾ ਤੇ ਮਹੱਤਵਪੂਰਨ ਸਟੈਪ ਹੈ ਆਇਲਸ। ਅਗਰ ਤੁਸੀਂ 12ਵੀਂ ਕੀਤੀ ਹੈ ਜਾਂ 10ਵੀਂ ਤੋਂ ਬਾਅਦ 3 ਸਾਲ ਦਾ ਪੋਲੀਟੈਕਨਿਕ ਡਿਪਲੋਮਾ ਕੀਤਾ ਹੈ, ਤੁਸੀਂ 6 ਬੈਂਡ ਦੀ ਰਿਕੁਆਇਰਮੈਂਟ ਹੈ। ਈਚ ਮੋਡਿਊਲ 5.5 ਬੈਂਡ ਦੀ ਜੀ। ਸਭ ਕਾਲ ਅਟੈਂਡ ਕਰ ਲਈ ਜਾਵੇ। ਹੈਲੋ हाँ जी, कौन बोल रहे हैं जी? सर मैं वीजा मेहरा गल कर रही हूं हुशियारपुर तो। हाँ जी, सवाल पूछो मैडम अपना। सर मैं जानना चाहती थी, मैं सर का शो देखा सीगा पहला जी। तो सर ने दस्या सीगा कि जब डिग्री कंप्लीट कीती होवे तो उस तो बाद डायरेक्ट एडमिशन मिल सकती है ग्रेजुएशन तो बाद जी डिग्री ਦੇ 3rd ਤੇ 4th ईयर ਵਿੱਚ जी। ਸਰ ਪੋਸੀਬਲ ਹੈ? ਬਿਲਕੁਲ ਪੋਸੀਬਲ ਹੈ। ਉਹਦੇ ਵਿੱਚ ਜੇ ਤੁਸੀਂ ਸ਼ੋ ਦੇਖਿਆ ਹੋਊਗਾ, ਉਹਦੇ ਵਿੱਚ ਆਪਾਂ ਕਿਹਾ ਸੀ ਕਿ ਜੇ ਬੱਚੇ ਨੇ BCA ਕੀਤੀ ਹੈ, BSc IT ਕੀਤੀ ਹੈ, BTech IT ਜਾਂ ਕੰਪਿਊਟਰਸ ਦੀ ਕੀਤੀ ਹੈ, ਸੋ ਇਹਨਾਂ ਚੋਂ ਕੋਈ ਕੁਆਲੀਫਿਕੇਸ਼ਨ ਤੁਸੀਂ ਕੀਤੀ ਹੈ ਜੀ? ਹਾਂਜੀ ਸਰ, ਮੈਂ BCA ਕੀਤੀ ਹੈ 2012 ਮੇਰੇ 6.5 ਬੈਂਡ ਹੈ ਸਰ। ਵੈਰੀ ਨਾਈਸ ਜੀ, ਵੈਰੀ ਨਾਈਸ। ਬਿਲਕੁਲ ਪੋਸੀਬਲ ਹੈ। ਕ੍ਰੈਡਿਟਸ ਇਵੈਲੂਏਸ਼ਨ ਆਪਾਂ ਕਰਵਾਵਾਂਗੇ। ਤੁਹਾਡੇ ਜਿਹੜੇ ਟਰਾਂਸਕ੍ਰਿਪਟਸ ਹੈ ਪਹਿਲੇ ਸਾਲ, ਦੂਸਰੇ ਸਾਲ, ਤੀਸਰੇ ਸਾਲ ਦੇ ਟਰਾਂਸਕ੍ਰਿਪਟਸ ਨੂੰ ਆਪਾਂ ਇਵੈਲੂਏਟ ਕਰਵਾਵਾਂਗੇ ਯੂਨੀਵਰਸਿਟੀ ਤੋਂ, ਔਰ ਇਵੈਲੂਏਸ਼ਨ ਦੇ ਬਾਅਦ 15-20 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਆਫਰ ਲੈਟਰ ਰਿਸੀਵ ਹੋ ਜਾਏਗੀ ਜੋ ਕਿ 3rd ਈਅਰ ਦੀ ਹੋਏਗੀ। ਸੋ ਡਾਇਰੈਕਟਲੀ ਤੁਹਾਨੂੰ ਤੀਸਰੇ ਸਾਲ ਵਿੱਚ ਦਾਖਲਾ ਮਿਲ ਜਾਏਗਾ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿੱਚ। BCA ਉੱਥੇ ਡਿਗਰੀ ਦਾ ਨਾਮ ਹੈ BSc IT, ਸੋ ਬੈਚਲਰਸ ਆਫ ਕੰਪਿਊਟਰ ਇਨਫੋਰਮੇਸ਼ਨ ਸਿਸਟਮਸ, BCIS ਮਾਫ ਕਰਨਾ, BCIS ਵਿੱਚ ਤੁਹਾਨੂੰ ਦਾਖਲਾ ਮਿਲ ਜਾਏਗਾ। 2 ਸਾਲ ਦੀ ਡਿਗਰੀ ਕਰਨ ਤੋਂ ਬਾਅਦ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਏਗਾ। ਸੋ ਸਿਰਫ 2 ਸਾਲ ਦੀ ਪੜ੍ਹਾਈ ਨਾਲ ਤੁਹਾਨੂੰ ਕੈਨੇਡੀਅਨ 4 ਸਾਲ ਦੀ ਡਿਗਰੀ ਮਿਲ ਸਕਦੀ ਹੈ। ਮੈਂ ਅਗੇਨ ਇੱਕ ਵਾਰੀ ਦੱਸਣਾ ਚਾਹਾਂਗਾ, BCA BSc IT BTech ਕੰਪਿਊਟਰਸ ਔਰ IT ਜਿਨ੍ਹਾਂ ਬੱਚਿਆਂ ਨੇ ਕੀਤੀ ਹੈ ਉਹ ਇਸ ਚੀਜ਼ ਦਾ ਲਾਭ ਜ਼ਰੂਰ ਚੱਕ ਸਕਦੇ ਹਨ जी। फोन करने लिए बहुत बहुत शुक्रिया। सो मेरी सब गल कर रहे थे कैनेडा जाने के रूट की। सब तो पहला पासपोर्ट, उस तो बाद आयल्स। सो आयल्स 6 बैंड चाहिए, ईच मॉड्यूल 5.5। जे पोस्ट ग्रेजुएशन डिप्लोमा ते जाना चाहते हो तो 6.5 बैंड ईच मॉड्यूल 5.5 चाहिए जी। बिल साहब, इसी तरह गलबात जारी रखांगे। फोन कॉल जी ले ली जाए। श्योर। हेलो हेलो, गुड इवनिंग सर। इवनिंग जी। सर आई एम नेहा गुप्ता फ्रॉम दिल्ली। जी जी नेहा जी। सर आई वॉच योर शो क्वाइट ऑफन। थैंक यू नेहा जी, थैंक यू वेरी मच। Sir, I want to ask about my further studies in Canada. ओके नेहा जी, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? Sir, I have done MBA in 2012 and had 1 year of experience in HR. ਉਹ ਵੈਰੀ ਨਾਈਸ। ਤੇ ਤੁਸੀਂ ਕੈਨੇਡਾ ਵਿੱਚ ਮਾਸਟਰਸ ਡਿਗਰੀ ਕਰਨ ਜਾਣਾ ਚਾਹੁੰਦੇ ਹੋ ਕਿ ਡਿਪਲੋਮਾ ਕਰਨ ਜਾਣਾ ਚਾਹੁੰਦੇ ਹੋ PG ਲੈਵਲ ਤੇ? PG diploma, something like that. ਵੈਰੀ ਨਾਈਸ। ਤੁਸੀਂ ਜ਼ਰੂਰ ਨੇਹਾ ਜੀ ਜਾ ਸਕਦੇ ਹੋ। ਕੈਨੇਡਾ ਵਿੱਚ ਤੁਸੀਂ 1 ਸਾਲ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਲੈ ਸਕਦੇ ਹੋ ਮਾਰਕੀਟਿੰਗ ਦੀ ਫੀਲਡ ਵਿੱਚ, ਫਾਈਨੈਂਸ ਦੀ ਫੀਲਡ ਵਿੱਚ, ਜਿਹਦੇ ਵਿੱਚ ਤੁਹਾਡਾ ਇੰਟਰਸਟ ਹੈ। ਨਹੀਂ ਤਾਂ ਜੇ ਤੁਸੀਂ 2 ਸਾਲ ਦਾ ਕੋਰਸ ਚਾਹੁੰਦੇ ਹੋ ਤੇ 2 ਸਾਲ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਗਲੋਬਲ ਬਿਜ਼ਨਸ ਮੈਨੇਜਮੈਂਟ ਟੋਰਾਂਟੋ ਵਿੱਚ ਇੱਕ ਕਾਫੀ ਪ੍ਰਮੁੱਖ ਕਾਲਜ ਹੈ, ਉਹਦੇ ਵਿੱਚ 2 ਸਾਲ ਦਾ ਗਲੋਬਲ ਬਿਜ਼ਨਸ ਮੈਨੇਜਮੈਂਟ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੈ, ਜਿਸ ਤੋਂ ਬਾਅਦ ਤੁਸੀਂ 3 ਸਾਲ ਤੱਕ ਦਾ ਵਰਕ ਪਰਮਿਟ ਦਾ ਲਾਭ ਵੀ ਚੱਕ ਸਕਦੇ ਹੋ। ਯੂਜੂਅਲੀ 1 ਸਾਲ ਦੇ ਡਿਪਲੋਮੇ ਤੋਂ ਬਾਅਦ ਤੁਹਾਨੂੰ ਸਾਲ ਦਾ ਹੀ ਵਰਕ ਪਰਮਿਟ ਮਿਲਦਾ ਹੈ।
ਸੋ ਇਹ 2 ਸਾਲ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੈ। ਜਿੱਦਾਂ ਤੁਸੀਂ MBA ਕੀਤੀ ਹੈ, ਅਗਰ BCom ਵਾਲੇ ਵੀ ਬੱਚੇ ਸ਼ੋਅ ਦੇਖ ਰਹੇ ਹੈ ਜਾਂ BBA ਵਾਲੇ ਬੱਚੇ ਦੇਖ ਰਹੇ ਹੈ ਸ਼ੋਅ, ਸੋ ਇਹ ਬਹੁਤ ਅੱਛਾ ਕੋਰਸ ਹੈ ਜਿਹਦੇ ਨਾਲ ਤੁਹਾਨੂੰ ਵਰਕ ਪਰਮਿਟ ਦਾ ਵੀ ਫਾਇਦਾ ਹੋ ਸਕਦਾ ਹੈ ਜੀ। ਓਕੇ ਸਰ, ਥੈਂਕ ਯੂ ਸੋ ਮਚ। ਸ਼ੋਰਲੀ ਜੀ, ਤੁਸੀਂ ਹੋਰ ਕੋਈ ਜਾਣਕਾਰੀ ਚਾਹੁੰਦੇ ਹੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਔਰ ਆਫਿਸ ਵਿੱਚ ਵਿਜ਼ਿਟ ਵੀ ਕਰ ਸਕਦੇ ਹੋ ਜਾਂ ਈਮੇਲ ਦੇ ਰਾਹੀਂ ਵੀ ਤੁਸੀਂ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ ਜੀ। ਓਕੇ ਸਰ, ਆਈ ਸ਼ੋਰਲੀ ਕਮ ਟੂ ਯੂਰ ਆਫਿਸ। ਸ਼ੋਰ ਜੀ, ਥੈਂਕ ਯੂ ਜੀ। ਸ਼ੁਕਰੀਆ ਜੀ ਫੋਨ ਕਰਨ ਲਈ। ਸੋ ਬੇਦੀ ਸਾਹਿਬ ਗੱਲ ਕਰ ਰਹੇ ਸੀ ਆਪਾਂ ਕੈਨੇਡਾ ਜਾਣ ਬਾਰੇ, ਫਸਟ ਪਾਸਪੋਰਟ, ਸੈਕਿੰਡ ਆਇਲਸ ਜੀ। ਬਿਲਕੁਲ ਜੀ। ਸੋ ਜੀ ਬਿਲਕੁਲ, ਮੇਰੇ ਖਿਆਲ ਹਾਲੇ ਕੈਨੇਡਾ ਜਾਣ ਲੱਗਿਆ ਥੋੜਾ ਟਾਈਮ ਲੱਗ ਜਾਏਗਾ, ਪਹਿਲਾਂ ਕਾਲਸ ਦਾ ਜਿਹੜਾ ਜਵਾਬ ਦਿੱਤਾ ਜਾਣਾ ਚਾਹੀਦਾ। ਹੈਲੋ, ਕਾਲਸ ਦੇ ਥਰੂ ਹੀ ਆਪਾਂ ਭੇਜਿਆ ਹੋਵੇਗਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਕੀਰਤ ਬੋਲ ਰਿਹਾ ਮੁਕੇਰੀਆਂ ਤੋਂ। ਜੀ ਜਸਕੀਰਤ ਜੀ, ਸਵਾਲ ਪੁੱਛੋ ਜਲਦੀ ਨਾ ਆਪਣਾ। ਸਰ ਮੈਂ ਲਾਸਟ ਟਾਈਮ ਵੀ ਤੁਹਾਡਾ ਸ਼ੋਅ ਦੇਖਿਆ ਸੀਗਾ, ਥੋੜਾ ਜਿਹਾ ਮਿਸ ਕੀਤਾ ਸੀਗਾ ਵਿੱਚੋਂ। ਤੁਸੀਂ ਮਾਸਟਰ ਡਿਗਰੀ ਬਾਰੇ ਦੱਸਿਆ ਸੀਗਾ। ਮੈਂ MA ਕੀਤੀ ਹੈ ਇਕਨੋਮਿਕਸ ਦੇ ਵਿੱਚ, ਓਕੇ। ਔਰ ਮੈਂ ਦੁਬਾਰਾ ਮਾਸਟਰ ਡਿਗਰੀ ਵਿੱਚ ਜਾਣਾ ਚਾਹੁੰਦਾ ਹਾਂ। ਆਸਟ੍ਰੇਲੀਆ ਦੇ ਵਿੱਚ ਪੋਸੀਬਲ ਹੈ ਕਿ ਨਹੀਂ? ਜਗਦੀਪ ਜੀ, ਬਿਲਕੁਲ ਪੋਸੀਬਲ ਹੈ। ਆਸਟ੍ਰੇਲੀਆ ਵਿੱਚ ਤੁਸੀਂ ਡਬਲ ਮਾਸਟਰਸ ਲਈ ਡੈਫੀਨੇਟਲੀ ਜਾ ਸਕਦੇ ਹੋ। ਮਾਸਟਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਨਾ ਚਾਹੁੰਦੇ ਹੋ, ਮਾਸਟਰਸ ਆਫ ਫਾਈਨੈਂਸ ਕਰਨਾ ਚਾਹੁੰਦੇ ਹੋ, ਅਕਾਊਂਟਿੰਗ ਕਰਨਾ ਚਾਹੁੰਦੇ ਹੋ, ਕੋਈ ਪਾਰਟਿਕੂਲਰ ਰੁਝਾਨ ਹੈ ਤੁਸੀਂ ਜਿਸ ਵਿੱਚ ਜਾਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਆਲਰੇਡੀ ਮਾਸਟਰ ਡਿਗਰੀ ਕੀਤੀ ਹੈ, ਦੁਬਾਰਾ ਮਾਸਟਰ ਡਿਗਰੀ ਕਰ ਸਕਦਾ ਹਾਂ ਨਾ? ਬਿਲਕੁਲ ਤੁਸੀਂ ਕਰ ਸਕਦੇ ਹੋ। ਜਿੱਦਾਂ ਤੁਸੀਂ ਇਕਨੋਮਿਕਸ ਵਿੱਚ ਮਾਸਟਰ ਡਿਗਰੀ ਕੀਤੀ ਹੈ, ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਕਿ MBA ਲਈ ਜਾਓ। MBA ਦੀ ਰਿਕੁਆਇਰਮੈਂਟ ਜਿਹੜੀ ਹੈ 6.5 ਬੈਂਡ ਹੈ, ਈਚ ਮੋਡਿਊਲ 6 ਬੈਂਡ ਹੈ। ਤੁਸੀਂ ਡੈਫੀਨੇਟਲੀ MBA ਲਈ ਜਾ ਸਕਦੇ ਹੋ, ਵੀਜ਼ਾ ਵੀ ਆਏਗਾ। ਔਰ MBA ਦੀ ਖਾਸੀਅਤ ਕੀ ਹੈ ਕਿ ਵਾਈਟ ਕਾਲਰ ਜੌਬਸ, ਅੱਛੀ ਜੌਬ ਜ਼ਰੂਰ ਮਿਲ ਸਕਦੀਆਂ ਹੈ ਔਰ 2 ਸਾਲ ਤੱਕ ਦਾ ਟੈਂਪਰੇਰੀ ਗ੍ਰੈਜੂਏਟ ਸਬ ਕਲਾਸ 485 ਅਧੀਨ ਤੁਸੀਂ 2 ਸਾਲ ਤੱਕ ਦਾ ਵਰਕ ਪਰਮਿਟ ਵੀ ਹਾਸਲ ਕਰ ਸਕਦੇ ਹੋ। ਠੀਕ ਹੈ ਸਰ। ਜੀ ਕੋਈ ਹੋਰ ਸਵਾਲ ਪੁੱਛਣਾ ਚਾਹੁੰਦੇ ਹੋ? ਨਹੀਂ ਸਰ, ਥੈਂਕ ਯੂ ਵੈਰੀ ਮਚ। ਜੀ ਧੰਨਵਾਦ ਸ਼ੁਕਰੀਆ ਜੀ, ਜੀ ਫੋਨ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਸੋ ਬੇਦੀ ਸਾਹਿਬ ਜਲਦੀ ਨਾ ਆਪਾਂ ਕੈਨੇਡਾ ਰੂਟ ਦੱਸ ਦਈਏ, ਫਿਰ ਕਾਲ ਆ ਜਾਏਗੀ। ਸੋ ਜੋ ਕੈਨੇਡਾ ਦਾ ਰੂਟ ਹੈ ਬਹੁਤ ਈਜ਼ੀ ਹੈ। ਅਗਰ ਤੁਹਾਡੇ 6 ਬੈਂਡਸ ਆ ਜਾਂਦੇ ਹੈ, ਚਾਹੇ ਤੁਸੀਂ 12ਵੀਂ ਕੀਤੀ ਹੈ ਚਾਹੇ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਜਾ ਸਕਦੇ ਹੋ। 6 ਮਹੀਨੇ ਦੀ ਫੀਸ, ਮੈਡੀਕਲ ਔਰ ਆਇਲਸ ਦੇ ਨਾਲ ਤੁਸੀਂ ਡੈਫੀਨੇਟਲੀ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਮਈ ਸੈਸ਼ਨ ਅਗਲਾ ਇਨਟੇਕ ਹੈ, ਮਈ ਦੇ ਵਿੱਚ ਦਾਖਲੇ ਹੋਣੇ ਸ਼ੁਰੂ ਹੋ ਚੁੱਕੇ ਹਨ ਜੀ। ਸੋ ਮਈ ਸੈਸ਼ਨ ਲਈ ਤੁਸੀਂ ਐਡਮਿਸ਼ਨ ਹੁਣ ਕਰਵਾ ਕੇ ਅਗਲੇ ਮਹੀਨੇ ਤੱਕ ਫਾਈਲ ਲੌਂਚ ਕਰਕੇ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਹੀ ਤੁਸੀਂ ਟਰੈਵਲ ਕਰ ਸਕਦੇ ਹੋ ਕੈਨੇਡਾ ਵਿੱਚ। ਜੀ ਲਾਸਟ ਡੇਟ ਕੀ ਹੈ ਅਪਲਾਈ ਕਰਨ ਦੀ? 1 ਅਪ੍ਰੈਲ ਜੋ ਲੌਂਚਮੈਂਟ ਕਰਨ ਦੀ, ਫਾਈਲ ਐਮਬੈਸੀ ਵਿੱਚ ਲੌਂਚਮੈਂਟ ਕਰਨ ਦੀ 1 ਅਪ੍ਰੈਲ ਹੈ। ਔਰ ਜਿਨ੍ਹਾਂ ਬੱਚਿਆਂ ਦੇ ਆਇਲਸ ਦੇ ਰਿਜ਼ਲਟ ਆ ਰਹੇ ਹੈ 10-15 ਤਰੀਕ ਤੱਕ ਵੀ ਅਗਰ ਤੁਹਾਡਾ ਆਇਲਸ ਦਾ ਰਿਜ਼ਲਟ ਆ ਜਾਂਦਾ ਤੁਸੀਂ ਡੈਫੀਨੇਟਲੀ ਕੈਨੇਡਾ ਜੀ ਬੇਦੀ ਸਾਹਿਬ ਇੱਕ ਕਾਲ ਅਟੈਂਡ ਕਰ ਲਈ ਜਾਵੇ। ਹੈਲੋ, ਹੈਲੋ, ਹਾਂਜੀ ਕੌਣ ਬੋਲ ਰਿਹਾ ਜੀ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ? ਸਰ ਮੈਂ ਪ੍ਰਭਜੋਤ ਕੌਰ ਬੋਲ ਰਹੀ ਹਾਂ। ਜੀ ਪ੍ਰਭਜੋਤ ਜੀ, ਸਵਾਲ ਪੁੱਛੋ ਜਲਦੀ ਆਪਣਾ। ਹਾਂਜੀ ਸਰ, ਮੈਂ +2 ਕੀਤੀ ਹੋਈ ਹੈ ਜੀ ਕਾਮਰਸ ਵਿੱਚ। ਜੀ ਓਕੇ, ਸਰ ਮੇਰੇ ਓਵਰਆਲ 6 ਬੈਂਡ ਨੇ, ਠੀਕ ਹੈ ਜੀ, ਇੱਕ ਵਿੱਚੋਂ ਮੇਰੇ 5 ਬੈਂਡ ਨੇ। ਓਕੇ। ਸਰ ਮੈਂ ਕੈਨੇਡਾ ਅਪਲਾਈ ਕਰਨਾ ਚਾਹੁੰਦੀ ਹਾਂ। ਡੈਫੀਨੇਟਲੀ ਪ੍ਰਭਜੋਤ ਜੀ ਤੁਸੀਂ ਕਰ ਸਕਦੇ ਹੋ, ਪਰ ਅਗਰ ਜਿੱਦਾਂ ਤੁਹਾਡੇ ਇੱਕ ਮੋਡਿਊਲ ਵਿੱਚ 5 ਹੈ ਸੋ SPP ਅਧੀਨ ਤੁਹਾਡਾ ਦਾਖਲਾ ਨਹੀਂ ਹੋਊਗਾ। ਤੁਹਾਡਾ ਜਿਹੜਾ ਦਾਖਲਾ ਹੋਊਗਾ ਉਹ ਜਨਰਲ ਸ਼੍ਰੇਣੀ ਵਿੱਚ ਹੋਊਗਾ। ਕੈਨੇਡਾ ਦੀ ਇੱਕ ਬਹੁਤ ਅੱਛੀ ਯੂਨੀਵਰਸਿਟੀ ਹੈ, ਐਬਟਸਫੋਰਡ ਵਿੱਚ ਸਥਿਤ ਯੂਨੀਵਰਸਿਟੀ ਹੈ, ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਹੈ, ਉਹਦੇ ਵਿੱਚ ਆਪਾਂ ਤੁਹਾਨੂੰ ਦਾਖਲਾ ਕਰਵਾ ਸਕਦੇ ਹਾਂ। ਪਰ ਅਗੇਨ SPP ਅਧੀਨ ਤੁਹਾਡਾ ਦਾਖਲਾ ਨਹੀਂ ਹੋਊਗਾ, ਜਨਰਲ ਵਿੱਚ ਹੋਊਗਾ। ਤੁਸੀਂ 6 ਮਹੀਨੇ ਦੀ ਫੀਸ ਪੇ ਕਰ ਸਕਦੇ ਹੋ। $10,000 ਤੁਸੀਂ ਰਹਿਣ ਸਹਿਣ ਦੇ ਖਰਚੇ ਤੁਸੀਂ ਟ੍ਰਾਂਸਫਰ ਕਰਵਾ ਸਕਦੇ ਹੋ ਜਾਂ ਪੈਰਲਲੀ ਤੁਸੀਂ ਐਜੂਕੇਸ਼ਨ ਲੋਨ ਵੀ ਲੈ ਸਕਦੇ ਹੋ। ਔਰ ਕੁੱਲ 6 ਮਹੀਨੇ ਦੀ ਜਾਂ 1 ਸਾਲ ਦੀ ਫੀਸ ਪੇ ਕਰਕੇ ਤੁਸੀਂ ਡੈਫੀਨੇਟਲੀ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਪਰ ਅਗੇਨ ਜਨਰਲ ਸ਼੍ਰੇਣੀ ਵਿੱਚ ਹੋਏਗਾ, ਜਿਹਦੇ ਨਾਲ ਤੁਹਾਨੂੰ ਇਨਕਮ ਟੈਕਸ ਰਿਟਰਨਸ ਆਪਣੇ ਪੇਰੈਂਟਸ ਦੀ ਔਰ ਪੈਸਾ ਕਿੱਥੋਂ ਆਇਆ ਉਹਦਾ ਸੋਰਸ ਵੀ ਦਿਖਾਣਾ ਪਏਗਾ। ਠੀਕ ਹੈ ਜੀ ਸ਼ੁਕਰੀਆ ਜੀ ਫੋਨ ਕਰਨ ਲਈ। ਬੇਦੀ ਸਾਹਿਬ ਵਿਦਿਆਰਥੀਆਂ ਦੀ ਕਾਫੀ ਕੁਐਰੀਜ਼ ਆ ਰਹੀਆਂ ਸੀ ਕਿ ਜਿਹੜੇ ਏਜੰਟ ਕੋ ਉਹਨਾਂ ਨੇ ਅਪਲਾਈ ਕੀਤਾ ਉਹ ਏਜੰਟ ਸਹੀ ਰੂਟ ਨਹੀਂ ਦਿਖਾ ਰਿਹਾ, ਸਹੀ ਤਰੀਕੇ ਨਾਲ ਉਹਨਾਂ ਨੂੰ ਡੀਲ ਹੁਣ ਨਹੀਂ ਕਰ ਪਾ ਰਹੇ। ਪਹਿਲਾਂ ਆਪਾਂ ਕਾਫੀ ਟਾਈਮ ਪਹਿਲਾਂ ਗੱਲ ਕੀਤੀ ਸੀ ਚੇਂਜ ਆਫ ਏਜੰਟ ਦੀ, ਇੱਕ ਵਾਰ ਫਿਰ ਤੋਂ ਸਮਝਾਉਣਾ ਬਹੁਤ ਅੱਛੀ ਮੁਹਿੰਮ ਪਿਛਲੀ ਵਾਰੀ ਵੀ ਛੇੜੀ ਸੀਗੀ ਔਰ ਬਹੁਤ ਬੱਚਿਆਂ ਨੇ ਇਸ ਚੀਜ਼ ਦਾ ਲਾਭ ਚੱਕਿਆ। ਜੇ ਕਿਸੇ ਕਾਰਨਵਸ਼ ਤੁਹਾਡਾ ਕੇਸ ਰਿਫਿਊਜ਼ ਹੋ ਚੁੱਕਾ ਹੈ ਜਾਂ ਨਵਾਂ ਕੇਸ ਤੁਸੀਂ ਗਲਤ ਹੱਥਾਂ ਵਿੱਚ ਦੇ ਚੁੱਕੇ ਹੋ, ਚੇਂਜ ਆਫ ਏਜੰਟ ਡੈਫੀਨੇਟਲੀ ਇੱਕ ਪੋਸੀਬਿਲਿਟੀ ਹੈ। ਇੱਕ ਛੋਟੀ ਜਿਹੀ ਐਪਲੀਕੇਸ਼ਨ ਨਾਲ ਤੁਹਾਡਾ ਜਿਹੜਾ ਏਜੰਟ ਹੈ ਉਹ ਚੇਂਜ ਹੋ ਸਕਦਾ ਹੈ। ਤੁਸੀਂ ਨਵਾਂ ਏਜੰਟ ਦੀ ਚੋਣ ਇੱਕ ਐਪਲੀਕੇਸ਼ਨ ਕਾਲਜ ਨੂੰ ਲਿਖ ਕੇ ਜੀ ਬੇਦੀ ਸਾਹਿਬ ਏਜੰਟ ਬਾਰੇ ਗੱਲਬਾਤ ਕਰਾਂਗੇ, ਇੱਕ ਵਾਰੀ ਕਾਲ ਅਟੈਂਡ ਕਰ ਲਈ ਜਾਵੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ? ਮੈਂ ਸਤਿੰਦਰ ਬਾਰ ਕਰ ਰਿਹਾ ਜੀ, ਅੰਮ੍ਰਿਤਸਰ ਤੋਂ। ਹਾਂਜੀ ਸਤਿੰਦਰ ਜੀ, ਸਵਾਲ। ਪਹਿਲੀ ਵਾਰ ਤੁਹਾਡਾ ਸ਼ੋਅ ਦੇਖਿਆ ਸੀ, ਤੁਸੀਂ ਇੱਕ ਗੱਲ ਕਹੀ ਸੀ ਉਹਦੇ ਵਿੱਚ ਕਿ ਨਿਊਜ਼ੀਲੈਂਡ ਵਿਦਆਊਟ ਆਇਲਟਸ ਜਾ ਸਕਦਾ ਬੱਚਾ। ਬਿਲਕੁਲ ਜੀ। ਸਰ ਮੈਨੂੰ ਤੁਸੀਂ ਦੱਸ ਸਕਦੇ ਹੋ? ਮੈਂ +2 ਕੀਤੀ ਹੋਈ, 8ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹਿਆ ਹੋਇਆ ਆਪਣਾ ਇੰਗਲਿਸ਼ ਮੀਡੀਅਮ ਦੇ ਵਿੱਚ ਜੀ ਬੇਦੀ ਸਾਹਿਬ, ਮੈਂ ਪੰਜਾਬ ਬੋਰਡ ਤੋਂ ਹੀ ਹਾਂ।
ਜੀ ਮੇਰੀ ਸਾਹਿਬ ਇਹ ਸਾਰੇ ਉਹ ਕਾਲਰਸ ਨੇ ਜਿਨ੍ਹਾਂ ਨੇ ਪਿਛਲੇ ਕਾਫੀ ਟਾਈਮ ਤੋਂ ਟਰਾਈ ਕੀਤਾ ਲੇਕਿਨ ਅੱਜ ਕਾਲਾਂ ਲੱਗ ਰਹੀਆਂ ਨੇ। ਧੰਨਵਾਦ ਜੀ, ਪਹਿਲੀ ਗੱਲ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਅੰਮ੍ਰਿਤਸਰ ਤੋਂ ਸ਼ੋਅ ਵਾਚ ਕਰ ਰਹੇ ਹੋ, ਸਾਨੂੰ ਰੋਜ਼ ਹਰ ਵੇਲੇ ਸ਼ੋਅ ਤੇ ਸਾਨੂੰ ਫੋਲੋ ਕਰਦੇ ਹੋ। ਸੋ ਨਿਊਜ਼ੀਲੈਂਡ ਵਿਦਆਊਟ ਆਇਲਸ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਜਿਹੜੀ ਸ਼ਰਤ ਹੈ, ਮੁੱਖ ਸ਼ਰਤ ਹੈ ਇੰਗਲਿਸ਼ ਮੀਡੀਅਮ ਵਿੱਚ ਆਪਾਂ ਪੜ੍ਹੇ ਹੋਈਏ, ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੋਵੇ ਚਾਹੇ CBSE, ਉਹਦਾ ਕੋਈ ਫਰਕ ਨਹੀਂ ਹੈ। ਅਗਰ ਅੰਗਰੇਜ਼ੀ ਮੀਡੀਅਮ ਵਿੱਚ ਆਪਾਂ ਆਪਣੇ ਸਬਜੈਕਟਸ ਪੜ੍ਹੇ ਹੈ, ਪਹਿਲੀ ਤੋਂ 10ਵੀਂ 8ਵੀਂ ਤੋਂ 12ਵੀਂ, ਆਪਾਂ ਨਿਊਜ਼ੀਲੈਂਡ ਵਿਦਆਊਟ ਆਇਲਸ ਜਾ ਸਕਦੇ ਹਾਂ। ਇਹ ਸਿਰਫ ਗੱਲਬਾਤ ਨਹੀਂ ਹੈ, ਤੁਸੀਂ ਪਿਰਾਮਿਡ ਈ ਸਰਵਿਸਿਜ਼ ਦੇ ਆਫਿਸ ਵਿੱਚ ਜਲੰਧਰ ਵਿੱਚ ਇੱਕ ਵਾਰੀ ਵਿਜ਼ਿਟ ਕਰੋ, ਤੁਹਾਨੂੰ ਆਪਾਂ ਆਪਣੇ ਰਿਜ਼ਲਟਸ ਸ਼ੋ ਕਰਾਂਗੇ ਜਿਹੜੇ ਵਿਦਆਊਟ ਆਇਲਸ ਦੇ ਵੀਜ਼ੇ ਲੱਗੇ ਹੈ। ਉਹ ਇਸ ਵੇਲੇ ਬੱਚੇ ਨਿਊਜ਼ੀਲੈਂਡ ਬੈਠੇ, ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ, ਉਹਨਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕਰ ਸਕਦੇ ਹੋ। ਇਹਦੇ ਵਿਦਆਊਟ ਆਇਲਸ ਵਿੱਚ ਔਰ ਆਇਲਸ ਦੇ ਨਾਲ ਅਪਲਾਈ ਕਰਨ ਦਾ ਕੋਈ ਫੀਸ ਵਿੱਚ ਕੋਈ ਫਰਕ ਨਹੀਂ ਹੈ, ਕੋਈ PR ਲਈ ਕੋਈ ਫਰਕ ਨਹੀਂ ਹੈ, ਅੱਗੇ ਸੈਟਲਮੈਂਟ ਲਈ ਕੋਈ ਫਰਕ ਨਹੀਂ ਹੈ। ਬਿਲਕੁਲ ਜੀ, ਸੇਮ ਹੋਏਗੀ ਫਾਈਲਿੰਗ, ਕੋਈ ਫਰਕ ਨਹੀਂ ਹੋਏਗਾ, ਇੱਕ ਪੈਸੇ ਦਾ ਫਰਕ ਨਹੀਂ ਹੋਏਗਾ, ਸੇਮ ਪ੍ਰੋਸੈਸ ਹੈ, ਖਰਚਾ ਕੋਈ ਫਰਕ ਨਹੀਂ ਹੈ। ਕਈ ਵਾਰੀ ਕੁਝ ਕੰਸਲਟੈਂਟਸ ਐਕਸਟਰਾ ਚਾਰजेस ਮੰਗ ਰਹੇ ਹੈ ਕਿ ਤੁਹਾਡੇ ਵਿਦਆਊਟ ਆਇਲਸ ਆਪਾਂ ਕੇਸ ਲਗਾ ਰਹੇ ਹਾਂ ਜੀ 50,000 ਜਾਂ ਲੱਖ ਰੁਪਏ ਸਾਡੇ ਖਰਚਾ ਆਊਗਾ। ਇੱਦਾਂ ਦਾ ਕੋਈ ਖਰਚਾ ਨਹੀਂ ਹੈ। ਇਸ ਮੰਚ ਤੇ ਆਪਾਂ ਇਸ ਚੀਜ਼ ਨੂੰ ਐਲਾਨ ਕਰਦੇ ਹਾਂ ਕਿ ਇੱਦਾਂ ਦਾ ਇੱਕ ਵੀ ਖਰਚਾ ਨਹੀਂ ਹੈ, ਖਰਚਾ ਸੇਮ ਹੈ, ਪ੍ਰੋਸੈਸ ਸੇਮ ਹੈ, PR ਦੀ ਪਾਲਿਸੀ ਸੇਮ। ਮੇਰੀ ਸਾਹਿਬ ਗੱਲ ਕਰ ਰਹੇ ਸੀ ਚੇਂਜ ਆਫ ਏਜੰਟ ਦੀ। ਹਾਂਜੀ, ਸੋ ਚੇਂਜ ਆਫ ਏਜੰਟ ਬਿਲਕੁਲ ਪੋਸੀਬਲ ਹੈ। ਤੁਸੀਂ ਜਾ ਸਕਦੇ ਹੋ ਚੇਂਜ ਆਫ ਏਜੰਟ ਤੇ, ਇੱਕ ਵਾਰੀ ਤੁਸੀਂ ਸਿਰਫ ਇੱਕ ਐਪਲੀਕੇਸ਼ਨ ਦੇਣੀ ਹੈ ਔਰ ਤੁਹਾਡਾ ਨਵਾਂ ਕੰਸਲਟੈਂਟ ਤੁਹਾਡੀ ਫਾਈਲ ਦੇ ਦਾਅਵੇਦਾਰ ਬਣ ਜਾਏਗਾ। ਹੈਲੋ, ਹਾਂਜੀ ਕੌਣ ਬੋਲ ਰਿਹਾ ਜੀ? हेलो, ਸਵਾਲ ਪੁੱਛੋ ਜੀ ਆਪਣਾ। मैं कमलप्रीत सिंह बोल रहा ਜੀ ਕਮਲ ਜੀ ਸਵਾਲ ਪੁੱਛੋ ਆਪਣਾ। सर इधर जिगर की सिस्टर बारे गल करनी थी मैं। ਹਾਂਜੀ ਹਾਂਜੀ ਪੁੱਛੋ। वो ना आज कर दी थी ते 5.5 बैंड आए ने ते दोबारा फिर आज कर दी थी ते कनाडा वास्ते अप्लाई करना चाहने। 5.5 ਬੈਂਡ ਨਾਲ ਹੱਥ ਜੋੜ ਮਾਫੀ, ਕੈਨੇਡਾ ਦਾ ਪੋਸੀਬਲ ਨਹੀਂ ਹੈ ਜੀ। ਕੈਨੇਡਾ ਦੀ ਮਿਨੀਮਮ ਜੀ ਰਿਕੁਆਇਰਮੈਂਟ ਮੇਰੇ ਸਾਹਿਬ ਕਹਿ ਰਹੇ 5.5 ਬੈਂਡ ਆਏ ਸੀ, ਉਹ ਫਿਰ ਦੁਬਾਰਾ ਆਇਲਸ ਕਰ ਰਹੇ ਨੇ। ਅੱਛਾ, ਓਕੇ, ਸੋ ਸੌਰੀ, ਆਪਾਂ ਗੱਲ ਮੈਂ ਸਮਝ ਨਹੀਂ ਪਾਇਆ। ਸੋ ਅਗਰ ਤੁਸੀਂ ਦੁਬਾਰਾ ਆਇਲਸ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ। ਇੰਪਰੂਵਮੈਂਟ ਦਾ ਜਜ਼ਬਾ ਜਦੋਂ ਤੱਕ ਬੰਦੇ ਦੇ ਅੰਦਰ ਕਾਇਮ ਹੈ, ਬੰਦਾ ਉਨੀ ਦੇਰ ਤੱਕ ਗਰੋ ਕਰਦਾ ਰਹਿੰਦਾ ਹੈ। ਇੰਪਰੂਵਮੈਂਟ ਜ਼ਰੂਰੀ ਹੈ। 6 ਬੈਂਡ ਦੀ ਰਿਕੁਆਇਰਮੈਂਟ ਹੈ ਭਾਈ ਸਾਹਿਬ, ਇੱਕ ਈਚ ਮੋਡਿਊਲ 5.5, ਓਵਰਆਲ 6 ਬੈਂਡ ਅਗਰ ਬੱਚਾ ਸਾਡਾ ਹਾਸਿਲ ਕਰ ਪਾਉਂਦਾ ਹੈ, ਕੈਨੇਡਾ ਡੈਫੀਨੇਟਲੀ ਜਾ ਸਕਦਾ ਹੈ। 5.5 ਬੈਂਡ ਨਾਲ ਕੈਨੇਡਾ ਇਸ ਵੇਲੇ ਪੋਸੀਬਲ ਨਹੀਂ ਹੈ। ਹਾਂ, ਤੁਸੀਂ ਇੰਪਰੂਵਮੈਂਟ ਕਰਕੇ 6 6.5 ਬੈਂਡ ਲੈ ਲੈਂਦੇ ਹੋ ਤੇ ਡੈਫੀਨੇਟਲੀ ਕੈਨੇਡਾ ਹੋ ਸਕਦਾ ਹੈ। ਜੀ ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਚਲੋ ਚੱਲੀਏ ਪ੍ਰਦੇਸ਼। ਇਸ ਪ੍ਰੋਗਰਾਮ ਦੇ ਵਿੱਚ ਇਸ ਮੰਚ ਤੇ ਮੁਖਾਤਬ ਕਰਵਾਇਆ ਤੁਹਾਨੂੰ ਪਿਰਾਮਿਡ ਸਰਵਿਸਿਜ਼ ਤੋਂ ਪਰਨੂਰ ਸਿੰਘ ਬੇਦੀ ਜੀ ਉਹਨਾਂ ਦੇ ਨਾਲ। ਜੇਕਰ ਕੋਈ ਸਵਾਲ ਜਵਾਬ ਰਹਿ ਗਿਆ, ਹੱਥ ਜੋੜ ਮਾਫੀ ਚਾਹੁੰਦੇ ਜਿਨ੍ਹਾਂ ਦੀ ਕਾਲ ਸ਼ਾਮਿਲ ਨਹੀਂ ਕੀਤੀ ਜਾ ਸਕਦੀ, ਤੁਹਾਨੂੰ ਸ਼ੋਅ ਤੋਂ ਬਾਅਦ ਜ਼ਰੂਰ ਕਾਲ ਕੀਤੀ ਜਾਵੇਗੀ, ਤੁਹਾਡੀ ਕੁਐਰੀਜ਼ ਜਿਹੜੀਆਂ ਨੇ ਉਹ ਜ਼ਰੂਰ ਸੋਲਵ ਕੀਤੇ ਜਾਣਗੀਆਂ। ਸੋ ਫਿਲਹਾਲ ਸਾਨੂੰ ਇਜਾਜ਼ਤ ਦਿਓ, ਵਾਅਦਾ ਕਰਦੇ ਹਾਂ ਫਿਰ ਮਿਲਾਂਗੇ ਅਗਲੇ ਸ਼ੁੱਕਰਵਾਰ ਰਾਤ 9 ਵਜੇ। ਤਦ ਤੱਕ ਇਜਾਜ਼ਤ ਦਿਓ, ਧੰਨਵਾਦ।